ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਵੇਕਅਪ ਕਾਲ ਯਾਨੀ ਕਿ ਅਖਬਾਰਨਾਮਾ ਲੈ ਕੇ ਮੈਂ ਹਾਜ਼ਰ ਹਾਂ। ਅਮਰੀਕਾ ਦੇ ਵਿੱਚ ਦੇਖਿਆ ਕਿ ਦੋ ਤਰਾਸਦੀਆਂ ਜਿਹੜੀਆਂ ਨੇ ਉਹ ਹਟਣ ਦਾ ਨਾਂ ਨਹੀਂ ਲੈ ਰਹੀਆਂ। ਇੱਕ ਹੈ ਕਰੋਨਾ ਵਾਇਰਸ ਤੇ ਦੂਸਰੀ ਗੱਲ ਕੀਤੀ ਜਾਵੇ ਤੇ ਟੈਕਸਸ ਦੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਬਿਜਲੀ ਦਾ ਜਾਣਾ। ਆਪਸ ਦੇ ਵਿੱਚ ਬੜਾ ਵੱਡਾ ਸੁਮੇਲ ਹੈ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਕ੍ਰੋਨਿਕਲ ਡਿਸੀਜ਼ ਹੈ ਉਹ ਲਗਾਤਾਰ ਜੂਝ ਰਹੇ ਨੇ ਜ਼ਿੰਦਗੀ ਦੇ ਲਈ, ਔਰ ਜੇ ਕਹੋ ਕਿ ਜ਼ਿੰਦਗੀ ਨਹੀਂ ਸਗੋਂ ਕਿ ਕੁਆਲਿਟੀ ਜ਼ਿੰਦਗੀ ਦੇ ਲਈ। ਕਈਆਂ ਦੇ ਗੈਸ ਸਿਲੰਡਰ ਜਿਨ੍ਹਾਂ ਨੂੰ ਕ੍ਰੋਨਿਕਲ ਡਿਸੀਜ਼ ਹੈ ਔਰ ਉਹਨਾਂ ਨੂੰ ਆਪਣਾ ਗੈਸ ਸਿਲੰਡਰ ਜਿਹੜਾ ਹੈ ਯਾਨੀ ਕਿ ਆਪਣਾ ਆਕਸੀਜਨ ਸਿਲੰਡਰ ਕੈਰੀ ਕਰਨਾ ਪੈਣਾ ਹੈ, ਤਾਂ ਫਿਰ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਇੱਕ ਕਹਿ ਲਈਏ ਚੁਣੌਤੀ ਹੈ। ਫਿਲਹਾਲ ਇਹੀ ਖਬਰ ਜਿਹੜੀ ਹੈ, ਜਿਹੜੀ ਕਰੋਨਾ ਵਾਇਰਸ ਦੀ ਖਬਰ ਹੈ, ਉਹਨੂੰ ਹੀ US ਟੁਡੇ ਨੇ ਅੱਜ ਦੀ ਆਪਣੀ ਹੈਡਲਾਈਨ ਬਣਾਇਆ ਹੈ। ਲਿਖ ਰਹੇ ਨੇ COVID-19 variant found in UK spreads like wildfire. British experts fear what will happen if US want lockdown. ਬਹੁਤ ਸਾਰੇ US ਦੇ ਵਿੱਚ ਅਜੇ ਤੱਕ ਦੇਖਿਆ ਕਿ ਦੁਬਾਰਾ ਲੋਕਡਾਊਨ ਨਹੀਂ ਹੋ ਰਿਹਾ, ਜਦ ਕਿ ਕੇਸਿਸ ਜਿਹੜੇ ਨੇ ਉਹ ਦੁਬਾਰਾ ਤੋਂ ਉੱਠਣੇ ਸ਼ੁਰੂ ਹੋ ਗਏ ਨੇ ਔਰ ਲਗਾਤਾਰ ਹਿੱਟ ਕਰ ਰਹੇ ਨੇ ਇੱਕ ਵੱਡੇ ਨੰਬਰ ਨੂੰ। ਨਿਊਯਾਰਕ ਸਿਟੀ ਜਿਹੜੀ ਸੀ ਉਹਨਾਂ ਨੇ ਜਦੋਂ ਕਰੋਨਾ ਪਹਿਲਾਂ ਆਇਆ ਸੀ, ਜਦੋਂ ਕਰੋਨਾ ਦਾ ਪਹਿਲਾ ਵੇਰੀਐਂਟ ਸੀਗਾ, ਉਹਨੂੰ ਲਗਾਤਾਰ ਹਿੱਟ ਕੀਤਾ ਸੀ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਪ੍ਰੀਕਾਸ਼ਨ ਲੈਣ, ਕਿਉਂਕਿ UK ਵਾਲਾ ਵੇਰੀਐਂਟ ਜਿਹੜਾ ਹੈ ਉਹ ਬਹੁਤ ਖਤਰਨਾਕ ਹੈ ਔਰ ਇਹ ਖਤਰਨਾਕ ਇੰਨਾ ਹੈ ਕਿ ਇਹਦਾ ਸਪਰੈਡ ਜਿਹੜਾ ਰੇਂਜ ਹੈ ਉਹ ਵੀ ਬਹੁਤ ਜ਼ਿਆਦਾ ਹੈ। ਫਿਲਹਾਲ ਇਸ ਨਿਊਜ਼ ਦੀ ਗੱਲ ਕਰਾਂ, ਇਸ ਨਿਊਜ਼ ਨੂੰ ਇਹਨਾਂ ਨੇ ਬਹੁਤ ਡਿਟੇਲ ਦੇ ਕੇ ਛਾਪਿਆ ਹੈ। ਇੱਕ ਹਿਊਮਨ ਟੱਚ ਹੈ, ਕੰਸਰਨ ਨਿਊਜ਼ ਹੈ, ਜਿਹਨੂੰ ਇੱਕ ਬਹੁਤ ਡਿਟੇਲ ਦਿੱਤੀ ਹੈ। ਲਿਖ ਰਹੇ ਨੇ ਔਨ January 4 ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਮੇਡ ਯੈਟ ਅਨਦਰ sober coronavirus related address to the nation. A COVID-19 variant first identified in Kent, England was thought to be between 50% to 70% more infectious. In a little over a week, hospital admission had increased by nearly a third. ਜਦੋਂ ਡੈਥ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹਨਾਂ ਨੇ ਡੈਥਸ ਦੇ ਉੱਤੇ ਵੀ ਲਿਖਿਆ ਹੈ ਕਿ ਡੈਥਸ ਹੈਡ ਰਾਈਜ਼ਨ ਬਾਈ 20%. ਜੌਨਸਨ ਆਰਡਰਡ ਦ ਕੰਟਰੀ ਥਰਡ ਫੁੱਲ ਨੇਸ਼ਨ ਲੋਕਡਾਊਨ ਸਿੰਸ ਦ ਸਟਾਰਟ ਆਫ ਪੈਂਡੇਮਿਕ। ਹੁਣ ਬਹੁਤ ਸਾਰੇ ਐਕਸਪਰਟ ਜਿਹੜੇ ਨੇ, ਚਾਹੇ ਉਹ ਹੈਲਥ ਐਕਸਪਰਟਸ ਨੇ, ਚਾਹੇ ਉਹ ਪੋਲੀਟੀਕਲ ਐਕਸਪਰਟਸ ਨੇ, ਉਹ ਇਹ ਕਹਿ ਰਹੇ ਨੇ ਕਿ UK ਵਰਗਾ ਲੋਕਡਾਊਨ USA ਨੂੰ ਵੀ ਲਾਉਣਾ ਪੈਣਾ ਹੈ ਜੇ ਉਸਨੇ ਬਚਣਾ ਹੈ। ਔਰ ਗੱਲ ਕੀਤੀ ਹੈ ਕਿ 4 ਜਨਵਰੀ ਤੋਂ ਬਾਅਦ 20 ਫੈਬ ਹੋ ਚੁੱਕੀ ਹੈ ਔਰ ਲਗਾਤਾਰ ਇੱਕ ਬਹੁਤ ਵੱਡਾ ਕੰਸਰਨ ਹੈ। ਨਿਊ ਨਾਰਮਲ ਹੋ ਗਏ ਆ, ਪਰ ਨਿਊ ਨਾਰਮਲ ਹੋਣ ਦੇ ਨਾਲ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਹਜੇ ਵੀ ਇੱਕ ਕਹਿ ਲਓ ਕਿ ਚੈੱਕ ਰੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ। ਅੱਗੇ ਵਧਣਾ ਤਾਂ ਦਿਖਦਾ ਇਹਨਾਂ ਨੇ ਆਪਣੇ ਸੈਕਿੰਡ ਪੈਰਾ ਦੇ ਵਿੱਚ ਬਹੁਤ ਵਧੀਆ ਇੱਕ ਕਹਿ ਲਓ ਕਿ ਥ੍ਰੈਟਨਿੰਗ ਕਾਲ ਦਿੱਤੀ ਹੋਈ ਹੈ। ਕਹਿ ਰਹੇ ਨੇ ਕਿ ਦੈਟਸ ਮੀਨ ਜੌਨਸਨ ਸੈਡ ਗ੍ਰੇਵਲੀ ਦ ਗਵਰਨਮੈਂਟ ਇਜ਼ ਵਨਸ ਅਗੇਨ ਇੰਸਟਰਕਟਿੰਗ ਯੂ ਟੂ ਸਟੇ ਐਟ ਹੋਮ. You may only leave home for limited reason permitted in law, such as a shop for essential, to work if you absolutely cannot work from home, to exercise, to seek medical assistance such as getting COVID-19 test or to escape domestic abuse. ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਲਈ ਤੁਸੀਂ ਬਾਹਰ ਨਿਕਲ ਸਕਦੇ ਹੋ। ਹੁਣ ਇਹ ਬਹੁਤ ਵੱਡੀ ਖਬਰ ਹੈ ਔਰ ਇਹਨੂੰ USA ਦੇ ਨਾਲ ਰਿਲੇਟ ਕੀਤਾ ਜਾ ਰਿਹਾ ਹੈ। ਜਦੋਂ ਇਹਨੂੰ USA ਦੇ ਨਾਲ ਜੋੜਿਆ ਜਾਂਦਾ ਹੈ ਤਾਂ ਇਹਦੇ ਉੱਤੇ ਗੱਲ ਕਰਦੇ ਉਹਨਾਂ ਨੇ ਲਿਖਿਆ ਹੈ ਕਿ COVID-19 ਗਵਰਨਮੈਂਟ ਸਟ੍ਰਿਜੈਂਸੀ ਇੰਡੈਕਸ ਲੁਕਸ at 9 different nations. A coronavirus response indicator including school and workplace closure, travel bans and limited on public and family gathering. ਇੱਕ ਤਰੀਕੇ ਦੇ ਨਾਲ ਇਹ US ਦੇ ਨਾਲ ਕੰਪੈਰੀਜ਼ਨ ਕਰਕੇ ਕੀਤਾ ਜਾ ਰਿਹਾ ਕਿ US ਦੇ ਵਿੱਚ ਵੀ ਇਦਾਂ ਦਾ ਕੁਝ ਹੋਣਾ ਚਾਹੀਦਾ ਹੈ ਤਾਂ ਜੋ ਸਿਹਤ ਦੇ ਜਾਂ ਇਹ ਕਹ ਲਓ ਕਿ ਕਰੋਨਾ ਵਾਇਰਸ ਐਂਡ ਇਸ ਪੈਂਡੇਮਿਕ ਤੋਂ ਬਚਿਆ ਜਾ ਸਕੇ। ਵੈਲ ਇਹ ਸੀ ਇੱਕ ਬਹੁਤ ਵੱਡੀ ਹੈਡਲਾਈਨ ਜਿਹੜੀ US ਟੁਡੇ ਨੇ ਬਣਾਈ ਹੈ। ਅੱਗੇ ਦੇਖਦੇ ਹਾਂ ਕਿ ਹੋਰ ਕਿਹੜੀਆਂ ਖਬਰਾਂ ਇਹਨਾਂ ਨੇ ਹੈਡਲਾਈਨ ਬਣਾਈਆਂ ਨੇ। ਵੈਲ ਅਗਲੀ ਖਬਰ ਵੀ ਜਿਹੜੀ ਹੈ ਕਰੋਨਾ ਦੇ ਨਾਲ ਫਾਈਜ਼ਰ ਦੇ ਨਾਲ ਮਿਲਦੀ ਹੈ। ਲਿਖਿਆ 2 ਡੋਜ਼ ਫਾਈਜ਼ਰ ਵੈਕਸੀਨ ਹੇਅਰ ਟੂ ਸਟੇ ਸਪਾਈਟ ਨਿਊ ਸਟੱਡੀ ਸਟਾਰਮ ਸਲੋ ਵੈਕਸੀਨ ਰੋਲ ਆਊਟ। ਕੈਲੀਫੋਰਨੀਆ ਟੂ ਰੀਓਪਨ ਸਕੂਲਸ ਲੇਟੈਸਟ COVID-19 ਅਪਡੇਟ। ਇਹ ਪੂਰਾ ਮਿਲੀ ਜੁਲੀ ਇਹਨਾਂ ਨੇ ਹੈਡਲਾਈਨ ਬਣਾਈ ਹੈ ਔਰ ਇਹਦੇ ਵਿੱਚ ਲਿਖਿਆ ਹੈ power outages aimed ongoing winter storm have affected more than 2,000 COVID-19 vaccine sites, slow the pace of administering dose, US health officials said Friday. ਵੈਲ ਅਸੀਂ ਸਾਨੂੰ ਪਤਾ ਹੈ ਕਿ ਟੈਕਸਸ ਦੇ ਵਿੱਚ ਸਨੋ ਸਟੋਰਮ ਨੇ ਇੱਕ ਬੜਾ ਵੱਡਾ ਕਹਿਰ ਮਚਾਇਆ ਹੋਇਆ, ਪਰ ਉਸ ਤੋਂ ਬਾਅਦ ਇੱਕ ਇਲੈਕਟ੍ਰਿਸਿਟੀ ਕੱਟ ਡਾਊਨ ਲੱਗਣਾ ਇੱਕ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਹਾਲਟ ਹੈ, ਪੂਰੀ ਇੰਡਸਟਰੀ ਦਾ ਹਾਲਟ ਹੈ। ਔਰ ਹੁਣ ਇਹ ਵੀ ਫਾਈਨਲ ਆ ਗਿਆ ਕਿ ਫਾਈਜ਼ਰ ਜਿੱਥੇ ਬਣ ਰਹੀ ਹੈ ਉਸ ਦਾ ਵੀ ਇੱਕ ਜਿਹੜੀ ਪ੍ਰੋਡਕਸ਼ਨ ਹੈ ਸਲੋ ਹੋ ਗਈ ਹੈ ਡਿਊ ਟੂ ਇਲੈਕਟ੍ਰਿਸਿਟੀ ਕੱਟ। ਇਸ ਖਬਰ ਦੀ ਗੱਲ ਕਰੀਏ ਤਾਂ ਇਸ ਖਬਰ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਇਹਨਾਂ ਨੇ ਸਭ ਕੁਝ ਪਬਲਿਸ਼ ਕੀਤਾ ਹੈ। ਲਿਖ ਰਹੇ ਨੇ ਮੋਰ ਦੈਨ ਥਰਡ US states have reported shipment delay. Government vaccine distribution partner have all faced challenges as workers have been snowed in and unable to get work to package and ship the vaccine. ਜਦੋਂ ਕੋਈ ਵੀ ਕਦਾਂ ਦੀ
ਦੀ ਘਟਨਾ ਹੁੰਦੀ ਹੈ, ਚਾਹੇ ਉਹ ਸਨੋ ਸਟੋਰਮ ਦੀ ਗੱਲ ਹੋਵੇ, ਚਾਹੇ ਉਹ ਹੋਰ ਕਿਸੇ ਹੈਲਥ ਫੈਸਿਲਿਟੀ ਦੀ ਗੱਲ ਹੋਵੇ, ਤਾਂ ਉਹ ਪੂਰੀ ਜਿਹੜੀ ਕੰਟਰੀ ਹੈ ਉਹਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ ਹੌਲੀ ਹੌਲੀ। ਸੋ ਇੱਥੇ ਵੀ ਇੱਦਾਂ ਹੀ ਹੋ ਰਿਹਾ ਕਿ ਪੂਰੀ ਕੰਟਰੀ ਜਿਹੜੀ ਹੈ ਉਹ ਚਪੇਟ ਦੇ ਵਿੱਚ ਹੈ ਔਰ ਲਗਾਤਾਰ ਹਰ ਕੋਈ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ। ਫਿਰ ਸ਼ਿਪਮੈਂਟ ਦੇ ਵਿੱਚ ਡਿਲੇ ਹੋ ਰਹੀ ਹੈ। ਜਿਹੜੀ ਕੰਪਨੀ ਪਾਰਟਨਰ ਹੈ ਸ਼ਿਪਮੈਂਟ ਦੇ ਲਈ, ਉਹਦੇ ਵੀ ਕਈ ਜਿਹੜੇ ਇੰਪਲੋਇਜ਼ ਨੇ ਉਹਨਾਂ ਦਾ ਵੀ ਇਹੀ ਹਾਲ ਹੈ ਕਿ ਉਹ ਇਲੈਕਟ੍ਰਿਸਿਟੀ ਕੱਟ ਦਾ ਕਰਕੇ ਉਹ ਜਾਂ ਤਾਂ ਕੰਮ ਤੇ ਨਹੀਂ ਪਹੁੰਚ ਰਹੇ, ਜੇ ਪਹੁੰਚ ਰਹੇ ਤੇ ਦੇਰੀ ਨਾਲ ਪਹੁੰਚ ਰਹੇ ਨੇ ਔਰ ਕਈ ਆਪਣੇ ਘਰਾਂ ਦੇ ਵਿੱਚ ਹੋਮ ਬਾਉਂਡ ਹੋ ਚੁੱਕੇ ਨੇ, ਸਟਕ ਹੋ ਚੁੱਕੇ ਨੇ। ਔਰ ਇਹ ਇੱਕ ਤਰੀਕੇ ਦੇ ਨਾਲ ਕਹਿ ਲਓ ਕਿ ਮੇਜਰ ਰੀਜ਼ਨ ਹੈ ਕਿ ਸ਼ਿਪਮੈਂਟ ਡਿਲੇ ਹੋ ਰਿਹਾ ਹੈ। ਪਹਿਲੇ ਇਸ ਨੂੰ ਇਹਨਾਂ ਨੇ ਆਪਣੀ ਹੈਡਲਾਈਨ ਬਣਾਇਆ ਹੈ। ਅੱਗੇ ਚੱਲਦੇ ਹਾਂ ਤੇ ਇੱਕ ਹੋਰ ਹੈਡਲਾਈਨ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈਡਲਾਈਨ ਹੈ। ਅਗਲੀ ਜਿਹੜੀ ਹੈਡਲਾਈਨ ਹੈ ਉਹ 에ਅਰ ਫੋਰਸ ਨੂੰ ਲੈ ਕੇ ਇਹ ਕਹਿ ਲਓ ਕਿ ਦੁਖਦਾਈ ਖਬਰ ਹੈ। ਅਮਰੀਕਨ 에ਅਰ ਫੋਰਸ ਨੂੰ ਇਹਨਾਂ ਨੇ ਲਿਖਿਆ ਹੈ ਕਿ 에ਅਰ ਫੋਰਸ ਜੈਟ ਫਲਾਈਂਗ ਫਰੋਮ ਮਿਸੀਸਿਪੀ crashes near Montgomery, Alabama, killing 2 people। 2 ਜਿਹੜੇ ਜਵਾਨ ਸੀਗੇ ਉਹਨਾਂ ਦੀ ਮੌਤ ਹੋ ਚੁੱਕੀ ਹੈ। ਜੇ ਗੱਲ ਕੀਤੀ ਜਾਵੇ, a military jet flying out of Mississippi Columbus Air Force Base crashed in Alabama Friday evening, killing 2 people। Montgomery Airport Director Marshall Taggart confirmed 2 people aboard died in a crash in a wooded area near the airport। ਵੈਲ, ਜਦੋਂ ਵੀ ਕਿਤੇ ਇੱਦਾਂ ਦੀ ਘਟਨਾ ਹੁੰਦੀ ਹੈ ਸਾਨੂੰ ਲੱਗਦਾ ਹੈ ਕਿ ਅਸੀਂ ਰਿਸਕ ਤੇ ਜੀ ਰਹੇ ਹਾਂ। ਉਹ ਜਵਾਨ ਜਿਹੜੇ ਸਾਡੇ ਲਈ ਹਮੇਸ਼ਾ ਕੰਮ ਕਰਦੇ ਨੇ, ਸਾਡੀਆਂ ਬਾਉਂਡਰੀਜ਼ ਦੇ ਉੱਤੇ ਖੜੇ ਹੋ ਕੇ ਹਮੇਸ਼ਾ ਡਟੇ ਰਹਿੰਦੇ ਨੇ, ਔਰ ਜਦੋਂ ਉਹਨਾਂ ਦੇ ਨਾਲ ਇੱਦਾਂ ਦਾ ਹਾਦਸਾ ਹੋ ਜਾਂਦਾ ਹੈ ਤੇ ਪੂਰੀ ਕੰਟਰੀ, ਪੂਰਾ ਨੇਸ਼ਨ ਜਿਹੜਾ ਹੈ ਉਹਦੇ ਲਈ ਇੱਕ ਬਹੁਤ ਵੱਡੀ ਖਬਰ ਹੈ ਔਰ ਸੋਗ ਵਾਲੀ ਖਬਰ ਹੈ। ਵੈਲ, ਇਹ ਸੀ US ਟੂਡੇ ਦੀ ਅੱਜ ਦੀਆਂ ਹੈਡਲਾਈਨਸ। ਅੱਗੇ ਵਧਣਾ ਦੇਖਦਾ ਹੈ ਕਿ ਵਾਲ ਸਟਰੀਟ ਜਰਨਲ ਨੇ ਕਿਹੜੀਆਂ ਹੈਡਲਾਈਨਸ ਜਿਹੜੀਆਂ ਬਣਾਈਆਂ ਨੇ ਅੱਜ। ਵੈਲ, ਜੇ ਗੱਲ ਕੀਤੀ ਜਾਵੇ ਵਾਲ ਸਟਰੀਟ ਜਰਨਲ ਦੀ, ਤੇ ਵਾਲ ਸਟਰੀਟ ਜਰਨਲ ਨੇ ਵੀ ਅੱਜ ਕੋਵਿਡ-19 ਨੂੰ ਲੈ ਕੇ ਆਪਣੀ ਹੈਡਲਾਈਨ ਬਣਾਈ ਹੈ ਔਰ ਲਿਖ ਰਹੇ ਨੇ, some COVID-19 vaccine are effective after 1 dose can be stored in normal freezers, data shows। ਕਿਉਂਕਿ ਹੁਣ ਲਗਾਤਾਰ ਠੰਡ ਜਿਹੜੀ ਹੈ ਉਹ ਵੱਧ ਰਹੀ ਹੈ ਔਰ ਇਸ ਤਰੀਕੇ ਦੀ ਨਿਊਜ਼ ਆਉਣਾ ਇੱਕ ਸੁਭਾਵਿਕ ਤਰੀਕਾ ਹੈ, ਕਿਉਂਕਿ ਬਹੁਤ ਸਾਰੇ ਐਕਸਪੈਰੀਮੈਂਟਲ ਮੋਡ ਦੇ ਉੱਤੇ ਆ ਕੇ ਇਹਨਾਂ ਚੀਜ਼ਾਂ ਨੂੰ ਕਰ ਰਹੇ ਨੇ। ਫਿਲਹਾਲ ਇਸ ਨਿਊਜ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਡਿਟੇਲ ਦਿੱਤੀ ਹੋਈ ਹੈ। ਲਿਖ ਰਹੇ ਨੇ, efforts to vaccinate the world population against COVID-19 got a boost Friday after research show that some vaccine provide strong 1 dose protection and that one of the vaccine can now be stored in a normal freezers instead of ultra cold ones। ਪਹਿਲੇ ਜਦੋਂ ਨਵਾਂ ਹੋਇਆ ਸੀ, ਕਿਉਂਕਿ ਸ਼ਿਪਮੈਂਟ ਦੇ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਅਮਰੀਕਾ ਵਰਗੀ ਕੰਟਰੀਜ਼ ਦਾ ਤਾਂ ਸਰ ਜਾਂਦਾ ਕਿਉਂਕਿ ਉੱਥੇ ਸਰਦੀ ਪੈ ਰਹੀ ਹੈ ਹਲੇ, ਪਰ ਫਿਲਹਾਲ ਜਦੋਂ ਸਰਦੀ ਦਾ ਮੌਸਮ ਚਲੇ ਜਾਏਗਾ ਤਾਂ ਇਸ ਸ਼ਿਪਮੈਂਟ ਲਈ ਅਕਸਰ ਕਿਹਾ ਜਾਂਦਾ ਸੀ ਕਿ ਐਕਸਟਰਾ ਕੋਲਡ ਜਿਹੜੇ ਸ਼ਿਪਮੈਂਟ ਟੈਂਕ ਨੇ ਜਾਂ ਸ਼ਿਪਮੈਂਟ ਬਾਕਸ ਨੇ ਉਹ ਬਣਾਉਣ ਦੀ ਲੋੜ ਹੈ। ਪਰ ਹੁਣ ਕਿਹਾ ਕਿ ਸੈਕਿੰਡ ਡੋਜ਼ ਜਿਹੜੀ ਹੈ ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿ ਨੋਰਮਲ ਜਿਹੜਾ ਕੋਲਡ ਹੈ, ਜਿਹੜਾ ਨੋਰਮਲ ਇੱਕ ਠੰਡੀ ਦੇ ਵਿੱਚ ਵੀ ਇਸ ਨੂੰ ਸ਼ਿਪ ਕੀਤਾ ਜਾ ਸਕਦਾ ਹੈ, ਇਸ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਦ ਵੈਕਸੀਨ ਡਿਵੈਲਪਡ ਬਾਈ ਫਾਈਜ਼ਰ and BioNTech say generators robust immunity after 1 dose, according to the new research out of Israel, and further data showed that the University of Oxford and AstraZeneca PLC vaccine similarly prevented COVID-19 when doses were spaced 3 months apart। ਵੈਲ, ਬਹੁਤ ਸਾਰੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਇੱਦਾਂ ਦੀਆਂ ਖਬਰਾਂ ਹੁੰਦੀਆਂ ਨੇ, ਜਦੋਂ ਇੱਦਾਂ ਦਾ ਪੈਂਡਮਿਕ ਦੁਨੀਆ ਨੂੰ ਹਿੱਟ ਕਰਦਾ ਹੈ ਤੇ ਹਰ ਥਾਂ ਦੇ ਉੱਤੇ, ਹਰ ਸਟੈਪ ਦੇ ਉੱਤੇ ਐਕਸਪੈਰੀਮੈਂਟਲ ਮੋਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਵੈਲ, ਇੱਕ ਐਕਸਪੈਰੀਮੈਂਟ ਮੋਡ ਦਾ ਨਤੀਜਾ ਹੈ ਔਰ ਇਸ ਨੂੰ ਵਾਲ ਸਟਰੀਟ ਜਰਨਲ ਨੇ ਆਪਣੀ ਹੈਡਲਾਈਨ ਬਣਾਇਆ ਹੈ। ਵੈਲ, ਜਦੋਂ ਅਮਰੀਕਾ ਦੀ ਗੱਲ ਕੀਤੀ ਜਾਂਦੀ ਹੈ ਤੇ ਪੂਰੀ ਦੁਨੀਆ ਦੀ ਨਿਊਜ਼ ਜਿਹੜੀ ਹੈ ਜਾਂ ਨਿਊਜ਼ ਏਜੰਸੀਜ਼ ਨੇ ਉਹ ਅਮਰੀਕਾ ਦੇ ਟੈਕਸਸ ਵੱਲ ਫਿੱਟੀਆਂ ਹੋਏ ਨੇ, ਕਿਉਂਕਿ ਟੈਕਸਸ ਇੱਕ ਇੱਦਾਂ ਦਾ ਇਲਾਕਾ ਹੈ ਜਿੱਥੇ ਸਭ ਤੋਂ ਜ਼ਿਆਦਾ ਸਨੋ ਬਸਟ ਨੇ ਹਿੱਟ ਕੀਤਾ। ਉਸ ਤੋਂ ਬਾਅਦ ਇਲੈਕਟ੍ਰਿਸਿਟੀ ਜਿਹੜੀ ਸੀ ਉਹਨੇ ਵੀ ਹਿੱਟ ਕਰ ਦਿੱਤਾ। ਵਾਲ ਸਟਰੀਟ ਜਰਨਲ ਨੇ ਵੀ ਇਸ ਦਾ ਇੱਕ ਚਾਰਟ ਬਣਾ ਕੇ ਪੇਸ਼ ਕੀਤਾ ਹੈ। ਇਲੈਕਟ੍ਰਿਸਿਟੀ ਡਿਮਾਂਡ ਇਨ ਟੈਕਸਸ ਦੇ ਉੱਤੇ ਲਿਖਿਆ ਹੈ ਔਰ ਕਿਵੇਂ ਡਿਮਾਂਡ ਜਿਹੜੀ ਹੈ ਫਲਕਚੁਏਟ ਹੋ ਰਹੀ ਹੈ, ਪੂਰੀ ਨਹੀਂ ਹੋ ਰਹੀ, ਉਸ ਦੇ ਬਾਰੇ ਇੱਕ ਬਹੁਤ ਵੱਡਾ ਇੱਕ ਕਹਿ ਲਓ ਕਿ ਪਾਈ ਚਾਰਟ, ਇੱਕ ਡਾਟਾ ਬਣਾ ਕੇ ਇਹਨਾਂ ਨੂੰ ਸ਼ੋਅ ਕੀਤਾ ਹੈ। ਉਹ ਹੈਡਲਾਈਨ ਜਿਹੜੀ ਬਣਾਈ ਇਹਨਾਂ ਨੇ ਲਿਖਿਆ ਹੈ ਕਿ ਦ ਟੈਕਸਸ ਫਰੀਜ਼ ਵਾਈ ਦ ਪਾਵਰ ਗ੍ਰਿਡ ਫੇਲਡ। ਇਸ ਦੇ ਉੱਤੇ ਇਹਨਾਂ ਨੇ ਅੱਜ ਪੂਰਾ ਇੱਕ ਆਰਟੀਕਲ ਔਰ ਇੱਕ ਹੈਡਲਾਈਨ ਜਿਹੜੀ ਹੈ ਉਹ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਾਲ ਸਟਰੀਟ ਜਰਨਲ ਹਮੇਸ਼ਾ ਇੱਦਾਂ ਦੇ ਡਿਫਰੈਂਟ ਨਿਊਜ਼ ਨੂੰ ਆਪਣੀ ਪ੍ਰਾਇੋਰਟੀ ਤੇ ਰੱਖਦਾ ਹੈ। A fundamental flaw in a freewheeling Texas electricity maker left million powerless and freezing in a dark this week during the historic cold snap। The core problem, power providers can reap rewards by supplying electricity to Texas customers, but they are not required to do it and face not penalties for failing to deliver during the lengthy emergency। ਵੈਲ, ਹੁਣ ਬਹੁਤ ਸਾਰੇ ਕਹਿ ਰਹੇ ਸੀ ਕਿ ਇੱਕ ਤਰੀਕੇ ਦੇ ਨਾਲ ਇਹ ਫਾਲਟ ਹੈ, ਇੱਕ ਗਵਰਨਮੈਂਟ ਦਾ, ਇੱਕ ਐਡਮਿਨਿਸਟ੍ਰੇਟਿਵ ਫਾਲਟ ਹੈ, ਪਰ ਗਵਰਨਮੈਂਟ ਇਹ ਗੱਲ ਸਮਝਦੀ ਹੈ ਕਿ ਇਹ ਇੱਕ
ਨੋਰਮਲ ਸਿਚੁਏਸ਼ਨ ਨਹੀਂ ਹੈ, ਇਹਨੂੰ ਕਹਿ ਸਕਦੇ ਹਾਂ ਕਿ ਇਹ ਨਵੀਂ ਸਿਚੁਏਸ਼ਨ ਹੈ, ਇੱਕ ਉਹ ਸਿਚੁਏਸ਼ਨ ਹੈ ਜਿਹੜੀ ਕਿ ਲਗਾਤਾਰ ਨਹੀਂ ਹੁੰਦੀ। ਸੋ ਗਵਰਨਮੈਂਟ ਨੂੰ ਵੀ ਥੋੜ੍ਹਾ ਜਿਹਾ ਟਾਈਮ ਚਾਹੀਦਾ ਹੈ ਇਹਦੇ ਲਈ ਕਰਨਾ, ਕਿਉਂਕਿ ਜਿਹੜੀ ਕੰਪਨੀ ਉੱਥੇ ਇਲੈਕਟ੍ਰਿਸਿਟੀ ਦਾ ਕੰਟਰੈਕਟ ਹੈ ਉਹ ਲਗਾਤਾਰ ਕੰਮ ਕਰ ਰਹੀ ਹੈ, ਲਗਾਤਾਰ ਜੂਝ ਰਹੀ ਹੈ, ਕਿਉਂਕਿ ਇਹ ਪਾਵਰ ਕੱਟ ਸ਼ਾਇਦ ਉਹਨਾਂ ਨੂੰ ਵੀ ਪਰੇਸ਼ਾਨ ਕਰ ਰਿਹਾ। ਔਰ ਦੂਸਰੇ ਬੰਨੇ ਬਹੁਤਾਤ ਲੋਕ ਇਹ ਕਹਿ ਰਹੇ ਸੀ ਕਿ ਉਹਨਾਂ ਨੂੰ ਇੱਕ ਪੈਨਲਟੀ ਇੱਕ ਤਰੀਕੇ ਦੇ ਨਾਲ ਪੇ ਆਫ ਕਰਨਾ ਪਏਗਾ, ਕਿਉਂਕਿ ਜਿੰਨੇ ਦਿਨ ਉਹਨਾਂ ਨੇ ਇਲੈਕਟ੍ਰਿਸਿਟੀ ਦਿੱਤੀ ਹੈ ਨੋਰਮਲ ਲੋਕ ਜਿਹੜੇ ਨੇ ਉਹ ਸਫਰ ਕਰ ਰਹੇ ਨੇ। ਫਿਲਹਾਲ ਇਹਦੇ ਉੱਤੇ ਕੋਈ ਗੱਲ ਨਹੀਂ ਆਈ ਕਿ ਉਹਨਾਂ ਨੂੰ ਪੇ ਕਰਨਾ ਪਏਗਾ ਕਿ ਨਹੀਂ ਕਰਨਾ ਪਏਗਾ, ਕਿਉਂਕਿ ਗਵਰਨਮੈਂਟ ਸ਼ਾਇਦ ਉਹਨਾਂ ਨਾਲ ਐਲੀ ਕਰ ਰਹੀ ਹੈ, ਕੋਆਪਰੇਟ ਕਰ ਰਹੀ ਹੈ, ਅੱਗੋਂ ਦੇਖਣ ਵਾਲੀ ਗੱਲ ਹੋਏਗੀ। ਵੈਲ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤੇ ਪੂਰੇ ਅਮਰੀਕਾ ਦੇ ਲਈ, ਨਾਸਾ ਦੇ ਲਈ ਸਪੈਸ਼ਲੀ ਇੱਕ ਚੰਗੀ ਖਬਰ ਜਿਹੜੀ ਹੈ, ਮਾਰਸ ਫੋਟੋ ਸੀਜ਼ ਨਾਸਾ ਪਰਸੇਵਰੈਂਸ ਰੋਵਰ ਫਰਸਟ ਵਿਜ਼ਨ ਆਫ ਰੈਡ ਪਲੈਨਟ। ਰੈਡ ਪਲੈਨਟ ਤੋਂ ਲਗਾਤਾਰ ਫੋਟੋਜ਼ ਆ ਰਹੀਆਂ ਨੇ, ਔਰ ਇਹ ਫੋਟੋਜ਼ ਕਈ ਥਾਂ ਤੇ ਇਹ ਵੀ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਫੋਟੋਜ਼ ਉਹ ਨੇ ਜਿਹੜੀਆਂ ਏਸ਼ੀਅੰਟ ਲਾਈਫ ਹੋਣ ਦਾ ਇੱਥੇ ਇੱਕ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਇੱਕ ਛੋਟਾ ਜਿਹਾ ਇਸ਼ਾਰਾ ਵੀ ਹੋ ਸਕਦਾ ਹੈ। ਵੈਲ ਜੋ ਇਹਨਾਂ ਨੇ ਨਿਊਜ਼ ਦੇ ਵਿੱਚ ਲਿਖਿਆ ਮੈਂ ਤੁਹਾਡੇ ਲਈ ਪੜ੍ਹ ਰਿਹਾ ਹਾਂ। ਲਿਖਿਆ ਲਿਟਡ ਨਾਸਾ ਸਾਇੰਟਿਸਟ ਫਰਾਈਡੇ poured through the first landing scene transmitted by space agency Perseverance rover on Mars. In a most dramatic image, a camera aboard the Perseverance landing system captured a close-up of the 1-ton 6-wheeled mobile robot suspended just a few yards above the surface of red planet. Whether it is successful touchdown Thursday after 292 million mile journey from Earth. Wow. ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਜਿਹੜੀ ਹੈ ਇਹ ਅਚੀਵਮੈਂਟ ਕਹਿ ਲਓ ਟੈਕਨੋਲੋਜੀ ਦੇ ਵਿੱਚ, ਇੱਕ ਏਜੰਸੀ ਦੇ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਵੈਲ AC ਵਾਲ ਸਟਰੀਟ ਜਰਨਲ ਨੇ ਜਿਹੜੀਆਂ ਆਪਣੀ ਹੈਡਲਾਈਨ ਬਣਾਈਆਂ। ਅੱਗੇ ਵਧਣਾ ਦੇਖਦਾ ਨਿਊਯਾਰਕ ਟਾਈਮਸ ਨੇ ਕੀ ਲਿਖਿਆ ਹੈ। ਵੈਲ ਨਿਊਯਾਰਕ ਟਾਈਮ ਦੀ ਗੱਲ ਕਰਾਂ ਤੇ ਇਹਨਾਂ ਨੇ ਪੋਲਿਟਿਕਸ ਨੂੰ ਅੱਜ ਆਪਣੀ ਹੈਡਲਾਈਨ ਯਾਨੀ ਕਿ ਫਰੰਟ ਦੇ ਉੱਤੇ ਰੱਖਿਆ ਹੈ। ਲਿਖ ਰਹੇ ਨੇ ਰਿਪਬਲਿਕਨ ਸਟਰਗਲ ਟੂ ਰਿਡਰੇਲ ਇਨਕਰੀਜ਼ਿੰਗਲੀ ਪੋਪੂਲਰ ਸਟਿਮੂਲੀਜ਼ ਪੈਕੇਜ। ਵੈਲ ਇਹਨਾਂ ਦੀ ਜਿਹੜੀ ਪੋਲ ਬਾਉਂਡ ਹੈ ਜਾਂ ਕਹਿ ਲਓ ਕਿ ਪੋਪੂਲੈਰਿਟੀ ਹੈ ਉਹ ਲਗਾਤਾਰ ਡਿੱਗ ਰਹੀ ਹੈ ਰਿਪਬਲਿਕਨ ਦੀ। ਇਸ ਕਰਕੇ ਡਿੱਗ ਰਹੀ ਹੈ ਕਿਉਂਕਿ ਇਹਨਾਂ ਦੀ ਪਾਰਟੀ ਦੇ ਵਿੱਚ ਇਹ ਲੱਗ ਰਿਹਾ ਕਿ ਹੁਣ ਆਪਸ ਦੇ ਵਿੱਚ ਵੀ ਖਿੱਚਾਤਣੀ ਹੋ ਗਈ ਹੈ। ਟਰੰਪ ਸਾਹਿਬ ਨੇ ਤਾਂ ਜੋ ਵਿਗਾੜ ਪਾਇਆ ਸੀ ਉਸ ਤੋਂ ਬਾਅਦ ਪਾਰਟੀ ਦੀ ਇੱਕ ਪੋਪੂਲੈਰਿਟੀ ਹੈ ਉਹਦਾ ਓਬਵੀਅਸ ਹੈ ਕਿ ਡਿੱਗਣਾ ਹੈ, ਕਿਉਂਕਿ ਹਿਸਟਰੀ ਦੇ ਵਿੱਚ 2 ਵਾਰ ਕਿਸੇ ਨੂੰ ਇੰਪੀਚ ਹੋਣਾ, ਉਸ ਤੋਂ ਬਾਅਦ ਉਹ ਫਿਰ ਵੀ ਉਹ ਇੱਦਾਂ ਦੀਆਂ ਨਿਊਜ਼ 'ਚ ਰਹਿਣਾ ਇੱਕ ਤਰੀਕੇ ਨਾਲ ਆਪਸ ਦੇ ਵਿੱਚ ਹੀ ਬਹੁਤ ਵੱਡੀ ਖਬਰ ਹੈ ਜਾਂ ਕਹਿ ਲਓ ਕਿ ਬਹੁਤ ਮੰਦਭਾਗਾ ਹੈ। ਫਿਲਹਾਲ ਬਹੁਤ ਸਾਰੇ ਹੈਡਿੰਗ ਬਣਾਏ ਨੇ ਨਿਊਯਾਰਕ ਟਾਈਮਸ ਨੇ, ਉਹ ਮੈਂ ਤੁਹਾਡੇ ਲਈ ਪੜ੍ਹ ਰਿਹਾ। ਲਿਖ ਰਹੇ ਨੇ Polls shows that President Biden's $1.9 trillion pandemic relief plan polls strongly nationwide, including with many Republican voters. Second heading ਜਿਹੜਾ ਇਹਨਾਂ ਨੇ ਬਣਾਇਆ ਲਿਖ ਰਹੇ ਨੇ Democratic lawmakers are aiming to approve a legislation before unemployment benefits are set lapse in mid-March. A nearly 600-page text for the bill was unveiled Friday. It includes billions of dollars for unemployment benefits, small business and stimuli check. Well, ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਝਟਕਾ ਵੀ ਹੋ ਸਕਦਾ ਹੈ ਰਿਪਬਲਿਕਨ ਦੇ ਲਈ, ਔਰ ਇਹਨੂੰ ਮੈਂ ਅੱਗੇ ਡਿਸਕਸ ਕਰਦਾ ਰਹਾਂਗਾ ਜੇ ਫਰਦਰ ਕਿਤੇ ਹੈਡਲਾਈਨ ਬਣਦੀ ਹੈ। ਵੈਲ ਇਹ ਬਹੁਤ ਵੱਡੀ ਖਬਰ ਸੀ ਨਿਊਯਾਰਕ ਟਾਈਮਸ ਦੀ। ਅੱਗੇ ਦੇਖਦਾ ਵਾਸ਼ਿੰਗਟਨ ਪੋਸਟ ਨੇ ਕੀ ਲਿਖਿਆ ਅੱਜ। ਵੈਲ ਵਾਸ਼ਿੰਗਟਨ ਪੋਸਟ ਦੀ ਗੱਲ ਕਰੀਏ ਤਾਂ ਵਾਸ਼ਿੰਗਟਨ ਪੋਸਟ ਨੇ ਵੀ ਬਾਈਡਨ ਸਾਹਿਬ ਨੂੰ ਲੈ ਕੇ ਹੈਡਲਾਈਨ ਬਣਾਈ ਹੈ। ਲਿਖਿਆ ਹੈ Biden says he can't give a date for end pandemic crisis. The president said there would soon be a massive site set up offering vaccination 24 hours a day, 7 days a week. A challenge, he said, that will be the most difficult logistical effort the United States has ever taken in a peacetime. So ਇੱਕ ਤਰੀਕੇ ਦੇ ਨਾਲ ਜਦੋਂ ਪੈਂਡੇਮਿਕ ਦੀ ਗੱਲ ਆਉਂਦੀ ਹੈ ਤਾਂ UK ਨੇ ਬਹੁਤ ਜ਼ਿਆਦਾ ਜਿਹੜਾ ਹੈ ਲਾਕਡਾਊਨ ਪੁੱਟ ਕੀਤਾ ਸੀ। ਬਹੁਤ ਸਟ੍ਰਿਕਟ ਪੁਆਇੰਟ ਜਿਹੜੇ ਸੀ ਉਹਨਾਂ ਨੇ ਚੁੱਕੇ ਸੀਗੇ। ਬੋਰਿਸ ਜੌਨਸਨ ਹੁਣਾਂ ਨੇ ਬਹੁਤ ਵਾਰ ਐਡਰੈਸ ਵੀ ਕੀਤਾ, ਪਰ ਉਸ ਤੋਂ ਬਾਅਦ ਵੀ ਅਸੀਂ ਦੇਖਿਆ ਸੀ ਕਿ ਉਹਦਾ ਪੇਸ ਜਿਹੜਾ ਹੈ, ਜਿਸ ਪੇਸ ਦੇ ਨਾਲ ਉਹ ਫੈਲ ਰਿਹਾ ਸੀਗਾ, ਨਿਊ ਵੇਰੀਐਂਟ ਫੈਲ ਰਿਹਾ ਸੀਗਾ, ਉਹਦੇ 'ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ। ਫਿਰ ਹੌਲੀ ਹੌਲੀ ਸਾਇੰਟਿਸਟ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹਦੀ ਰੂਟੀਨ ਜਿਹੜੀ ਹੈ ਕਿ ਇਹ ਅਪ ਵੀ ਆਪਣੇ ਆਪ ਹੁੰਦਾ ਹੈ, ਡਾਊਨ ਵੀ ਆਪਣੇ ਆਪ ਹੁੰਦਾ ਹੈ, ਸ਼ਾਇਦ ਇਹਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ। ਇਸੇ ਤਰੀਕੇ ਦੇ ਨਾਲ ਹੁਣ ਬਾਈਡਨ ਸਾਹਿਬ ਦੀ ਸਟੇਟਮੈਂਟ ਵੀ ਜਸਟੀਫਾਈ ਹੈ। ਉਹ ਕਹਿੰਦੇ ਕਿ ਅਸੀਂ 24 ਘੰਟੇ ਜਿਹੜੀ ਹੈ ਵੈਕਸੀਨੇਸ਼ਨ ਸ਼ੁਰੂ ਕਰਾਂਗੇ, 7 ਡੇਜ਼ ਵੀਕ ਕਰਾਂਗੇ, ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਕਦੋਂ ਇਹ ਸਾਰਾ ਪ੍ਰੋਸੈਸ ਐਂਡ ਹੋਏਗਾ, ਕਦੋਂ ਅਸੀਂ ਇਸ ਤੋਂ ਨਿਜਾਤ ਪਾ ਲਾਂਗੇ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਇੰਡੀਆ ਪੂਲ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਬਣਾਈ ਹੈ। ਲਿਖ ਰਹੇ ਨੇ ਡੈਡਲੀ ਫਲੱਡ ਇਨ ਇੰਡੀਆ ਪੁਆਇੰਟ ਟੂ ਲੂਮਿੰਗ ਕਲਾਈਮੇਟ ਐਮਰਜੈਂਸੀ ਇਨ ਹਿਮਾਲਿਆ। A massive surge for rock, debris, ice, water killed more than 50 people in Uttarakhand this month. Nearly 150 other are still missing. ਉੱਤਰਾਖੰਡ ਵਾਲੀ ਤਰਾਸਦੀ ਹੈ ਜਿਹੜੀ ਇੱਕ ਮੈਗਾ ਪ੍ਰੋਜੈਕਟ ਨੂੰ ਵੀ ਉੱਥੇ ਜਿਹੜਾ ਇੰਡੀਅਨ ਮੈਗਾ ਪ੍ਰੋਜੈਕਟ ਸੀਗਾ ਉਹਨੂੰ ਵੀ ਇਹਨਾਂ ਨੇ ਤਬਾਹ ਕਰ ਦਿੱਤਾ ਸੀ। ਇਸ ਗਲੇਸ਼ੀਅਰ ਨੇ ਜਿਹੜਾ ਫਟਿਆ ਸੀ ਉਸ ਨੂੰ ਲੈ ਕੇ ਇਹਨਾਂ ਨੇ ਹੈਡਲਾਈਨ ਬਣਾਈ ਹੈ। ਵੈਲ ਇੱਕ ਕਲਾਈਮੇਟ ਚੇਂਜ ਜਦੋਂ ਆਉਂਦਾ ਹੈ ਤਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਤੇ ਇਹਨਾਂ ਦਾ ਮੈਸਿਵ
ਅਟੈਕ ਹੋ ਸਕਦਾ ਹੈ, ਇੱਕ ਅਲਾਰਮਿੰਗ ਸਿਚੁਏਸ਼ਨ ਹੈ। ਵੈਲ ਇਸ ਵਾਸ਼ਿੰਗਟਨ ਪੋਸਟ ਇਸ ਤੋਂ ਅੱਗੇ ਦੇਖਦਾ ਹੈ ਕਿ ਇੰਡੀਅਨ ਨੈਸ਼ਨਲ ਨੇ ਕੀ ਲਿਖਿਆ ਹੈ ਅੱਜ। ਸਭ ਤੋਂ ਪਹਿਲਾਂ ਇੰਗਲਿਸ਼ ਟ੍ਰਿਬਿਊਨ ਦੀ ਗੱਲ ਕਰਾਂ ਤੇ ਹਿਸਟੋਰਿਕ ਲਮਾਸ ਲੈਂਡਿੰਗ ਨੂੰ ਇਹਨਾਂ ਨੇ ਆਪਣੀ ਫਸਟ ਪੇਜ ਦੇ ਉੱਤੇ ਲਿਖਿਆ। ਬੜੀ ਸੋਹਣੀ ਪ੍ਰੈਜੈਂਟੇਸ਼ਨ ਹੈ ਔਰ ਇਸ ਤੋਂ ਇਲਾਵਾ ਹੈਡਿੰਗ ਬਣਾ ਕੇ ਲਿਖੇ ਹੋਏ ਨੇ, ਮੈਂ ਉਹ ਸਾਰੇ ਤੁਹਾਡੇ ਲਈ ਪੜ੍ਹ ਰਿਹਾ। ਲਿਖਿਆ ਨਾਸਾ ਮਾਰਸ ਰੋਵਰ perseverance landed safety inside a vast crater on the red planet on Friday in a search for trace of an ancient microbial life। ਇਸ ਤੋਂ ਇਲਾਵਾ ਜਿਹੜਾ ਸੈਕਿੰਡ ਹੈਡਿੰਗ ਹੈ ਇਹਨਾਂ ਦਾ ਉਹ ਲਿਖ ਰਹੇ ਨੇ touchdown confirm range out of the voice of Swati Mohan and Indian American scientist inside the space agency control room back in the USA. She leads guidance, navigation and control operation of the spacecraft। ਮੈਂ ਹਮੇਸ਼ਾ ਕਹਿੰਦਾ ਕਿ ਚਾਹੇ ਉਹ ਕਮਾਲਾ ਹੈਰਿਸ ਹੋਵੇ, ਚਾਹੇ ਇੱਦਾਂ ਦੇ ਕੋਈ ਜਰਨਲਿਸਟ ਜਿਹੜੇ ਨਾਸਾ ਦੇ ਵਿੱਚ ਇੰਡੀਅਨ ਓਰੀਜਨ ਵਾਲੇ ਕੰਮ ਕਰਦੇ ਨੇ, ਚਾਹੇ ਸਾਡਾ ਕੋਈ ਲਿੰਕ ਹੈ ਜਾਂ ਨਹੀਂ ਹੈ, ਪਰ ਫਿਰ ਵੀ ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਹਾਂ ਸਾਡੇ ਓਰੀਜਨ ਦਾ ਬੰਦਾ ਕਿਸੇ ਹੋਰ ਜਾ ਕੇ ਇੰਨੀ ਤਰੱਕੀ ਕਰ ਰਿਹਾ। ਸਲੂਟ ਹੈ ਇਹਨਾਂ ਸਾਰਿਆਂ ਨੂੰ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਚਾਈਨਾ ਵਾਲੀ ਖਬਰ ਜਿਹੜੀ ਹੈ, ਚਾਈਨਾ ਐਡਮਿਟਸ 4 ਗਲਵਾਨ ਕੈਜੁਅਲਿਟੀਜ਼। ਕੱਲ ਗਲਵਾਨ ਦੇ ਵਿੱਚ ਅਚਾਨਕ ਕੈਜੁਅਲਿਟੀ ਹੋ ਗਈ, ਉਸ ਨੂੰ ਲੈ ਕੇ ਇਹਨਾਂ ਨੇ ਹੈਡਲਾਈਨ ਬਣਾਈ ਹੈ। ਲਿਖ ਰਹੇ ਨੇ 8 months after the clash in Galwan in eastern Ladakh, the People's Liberation Army of China acknowledged for the first time a gallery of 5 its soldier। ਵੈਲ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ US ਇਮੀਗ੍ਰੇਸ਼ਨ ਬਿੱਲ ਨੂੰ ਲੈ ਕੇ ਗੱਲ ਕੀਤੀ ਹੈ ਕਿ US ਇਮੀਗ੍ਰੇਸ਼ਨ ਬਿੱਲ ਬੈਨੀਫਿਟ ਟੈਕੀ ਯਾਨੀ ਕਿ ਟੈਕਨੋਲੋਜੀ ਦੇ ਨਾਲ ਜਿਹੜੇ ਸੰਬੰਧਿਤ ਇੰਪਲੋਇਮੈਂਟ ਰੱਖਦੇ ਨੇ ਜਾਂ ਚਾਹੁੰਦੇ ਨੇ US ਦੇ ਵਿੱਚ, ਉਹਨਾਂ ਦੇ ਲਈ ਇਹ ਫਾਇਦਾ ਹੋ ਸਕਦਾ ਹੈ। ਲਿਖਿਆ ਹੈ The US Citizen Act of 2021 proposing of pathway to citizen to 11 million undocumented workers, elimination of per country quota for employment based green card and work authority station for dependents of H-1B foreign workers was introduced in Congress after being passed. The bill would benefit hundreds and thousands of Indian IT professionals and also their family। Well, एक बहुत बड़ी खबर है कल दी अमेरिकनस, इंडियन अमेरिकन जाने स्किल्ड अमेरिकनस की गल या स्किल एशियंस की गल कहिए, उन्होंने लिए एक बहुत बड़ी खबर है। इस तो इलावा जो गल की जाए तो अज दिशा रवि नूं लैके भी एक खबर बनी है। मीडिया कवरेज पूरी जुडिशियल हाई कोर्ट एंड इस खबर में पढ़ना तो लिखा है कि एडवोकेटिंग अ बैलेंस बिटवीन राइट टू प्राइवेसी, फ्रीडम ऑफ स्पीच एंड sovereignty and integrity of Indian, the Delhi High Court on Friday asked the Delhi police to abide with their affidavit that they won't leak personal information about activist Disha Ravi, who was arrested from Bengaluru in toolkit case last week. Acting on Ravi's petition seeking to restrain to Delhi police from leaking to media and probe material in relation to FIR lodged against her। ਇਹ ਇੱਕ ਬਹੁਤ ਵੱਡਾ ਕੰਸਰਨ ਹੈ ਸਾਡੇ ਇੰਡੀਅਨਸ ਦਾ, ਚਾਹੇ ਅਸੀਂ ਕਹਿ ਲਈਏ ਕਿ ਸੁਸ਼ਾਂਤ ਕੇਸ ਦੇ ਵਿੱਚ ਵੀ ਇੱਦਾਂ ਦਾ ਕੁਝ ਹੋਇਆ ਸੀ। ਹੁਣ ਅਗਰ ਇਹ ਗੱਲ ਕੀਤੀ ਜਾਵੇ ਦਿਸ਼ਾ ਰਵੀ ਦੀ, ਤੇ ਇਹਨਾਂ ਦੇ ਨਾਲ ਵੀ ਕੁਝ ਅਜਿਹਾ ਹੋ ਰਿਹਾ ਹੈ, ਪਰ ਇੱਕ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ, ਬਹੁਤ ਵੱਡੀ ਤਰਾਸਦੀ ਹੈ। ਇਹ ਸੀ ਇੰਗਲਿਸ਼ ਟ੍ਰਿਬਿਊਨ। ਅੱਗੇ ਵਧਾਂ ਦੇਦਾ ਕਿ ਪੰਜਾਬੀ ਟ੍ਰਿਬਿਊਨ ਨੇ ਕੀ ਲਿਖਿਆ ਹੈ। ਪੰਜਾਬੀ ਟ੍ਰਿਬਿਊਨ ਦੀ ਗੱਲ ਕਰਾਂ ਤੇ ਪੰਜਾਬੀ ਟ੍ਰਿਬਿਊਨ ਨੇ ਪੰਜਾਬ ਦਾ ਬਜਟ 8 ਮਾਰਚ ਨੂੰ ਪੇਸ਼ ਹੋਵੇਗਾ। ਕੱਲ ਮੀਟਿੰਗ ਹੋਈ ਹੈ ਪੰਜਾਬ ਕੈਬਨਿਟ ਦੀ ਔਰ ਇਸ ਕੈਬਨਿਟ ਮੀਟਿੰਗ ਦੇ ਵਿੱਚ ਜੋ ਲਿਖਿਆ ਹੈ ਉਸ ਨੂੰ ਮੈਂ ਪੜ੍ਹ ਰਿਹਾ ਤੁਹਾਡੇ ਲਈ। 1875 ਅਸਾਮੀਆਂ ਦੀ ਸਿਰਜਣਾ ਦਾ ਫੈਸਲਾ, ਮਿਸ਼ਨ ਲਾਲ ਲਕੀਰ ਸਾਰੇ ਪਿੰਡਾਂ ਵਿੱਚ ਲਾਗੂ ਕਰਨ ਨੂੰ ਮਨਜ਼ੂਰੀ, ਮੌੜ ਬੰਬ ਧਮਾਕੇ ਤੇ ਪੀੜਤ ਪਰਿਵਾਰਾਂ ਨੂੰ ਮਿਲਣਗੀਆਂ ਨੌਕਰੀਆਂ। ਮੰਤਰੀ ਮੰਡਲ ਦੀ ਬੈਠਕ ਦੇ ਉੱਤੇ ਜਿਹੜੀ ਹੈ ਪੂਰੀ ਖਬਰ ਲਿਖੀ ਗਈ ਹੈ। ਪੰਜਾਬ ਮੰਤਰੀ ਮੰਡਲ ਨੇ ਕੱਲ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ 10 ਮਾਰਚ ਤੱਕ ਸੱਦਣ ਦੇ ਸਮੇਤ ਕਈ ਹੋਰ ਅਹਿਮ ਫੈਸਲੇ ਲਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਤੈਅ ਹੋਇਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 8 ਮਾਰਚ ਨੂੰ ਸੂਬੇ ਦਾ ਬਜਟ ਪੇਸ਼ ਕਰਨਗੇ। ਹੋਰ ਫੈਸਲਿਆਂ ਵਿੱਚ ਮੌੜ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੂੰ 4 ਸਾਲ ਬਾਅਦ ਨੌਕਰੀਆਂ ਦੇਣ, ਵੱਖ-ਵੱਖ ਵਿਭਾਗਾਂ ਲਈ 1875 ਅਸਾਮੀਆਂ ਦੀ ਸਿਰਜਣਾ ਕਰਨਾ ਇੱਕ ਤਰੀਕੇ ਦੇ ਨਾਲ ਇਹ ਵੱਡੀ ਖਬਰ ਹੈ। ਮੋਹਾਲੀ ਵਿੱਚ ਨਿੱਜੀ ਯੂਨੀਵਰਸਿਟੀ ਖੋਲ੍ਹਣੀ ਐਂਡ ਇੰਡੀਅਨ ਪਾਰਟਨਰਸ਼ਿਪ ਐਕਟ 1932 ਵਿੱਚ ਸੋਧ ਨੂੰ ਮਨਜ਼ੂਰੀ ਦੇਣਾ, ਮਿਸ਼ਨ ਲਾਲ ਲਕੀਰ ਨੂੰ ਸਾਰੇ ਪਿੰਡਾਂ ਵਿੱਚ ਲਾਗੂ ਕਰਨ ਨੂੰ ਮਨਜ਼ੂਰੀ ਦਿੱਤੀ ਐਂਡ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਕਬਜ਼ੇ ਹੇਠਲੀਆਂ ਜ਼ਮੀਨਾਂ ਅਲਾਟ ਕਰਨ, ਵਿੱਤੀ ਜਵਾਬਦੇਹੀ ਤੇ ਬਜਟ ਪ੍ਰਬੰਧਨ ਐਕਟ 2003 ਵਿੱਚ ਸੋਧ ਕਰਨ ਅਤੇ ADC ਸ਼ਹਿਰ ਵਿਕਾਸ 22 ਨਵੀਆਂ ਅਸਾਮੀਆਂ ਕਾਇਮ ਕਰਨ ਨੂੰ ਪ੍ਰਵਾਨਗੀ ਆਦਿ ਸ਼ਾਮਿਲ ਹਨ। ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕਿਵੇਂ ਹੋਏਗਾ। ਜਦੋਂ ਬਜਟ ਆਏਗਾ ਅਸੀਂ ਡਿਟੇਲ ਦੇ ਨਾਲ ਡਿਸਕਸ ਕਰਾਂਗੇ, ਐਕਸਪਰਟ ਪੈਨਲ ਦੇ ਨਾਲ ਗੱਲ ਕਰਾਂਗੇ ਜਦੋਂ ਪੰਜਾਬ ਵਿਧਾਨ ਸਭਾ ਬਜਟ ਆਪਣਾ ਪੇਸ਼ ਕਰੇਗੀ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤੇ ਕੱਲ ਅਸੀਂ ਮੁੱਦੇ ਦੇ ਵਿੱਚ ਡਿਸਕਸ ਕੀਤਾ ਸੀ ਕਿ ਜਥੇ ਨੂੰ ਰੋਕ ਦਿੱਤਾ ਗਿਆ ਹੈ ਐਂਡ ਉਸ ਉੱਤੇ ਇੱਕ ਹੈਡਲਾਈਨ ਬਣੀ ਹੋਈ ਹੈ, ਕੇਂਦਰ ਨੂੰ ਜਥਾ ਰੋਕਣ ਦੇ ਫੈਸਲੇ ਤੇ ਵਿਚਾਰ ਲਈ ਮੁੜ ਪੱਤਰ ਭੇਜਿਆ ਜਾਵੇਗਾ। ਇਹ ਲਿਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਸਾਕਾ ਨਨਕਾਣਾ ਸਾਹਿਬ ਦੀ ਅਹਿਮੀਅਤ ਤੇ ਇਤਿਹਾਸ ਬਾਰੇ ਪ੍ਰਧਾਨ ਮੰਤਰੀ ਨੂੰ ਪੁਸਤਕਾਂ ਭੇਜੀਆਂ।
ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦਾ ਮਾਮਲਾ ਨਿਰੰਤਰ ਭਖਦਾ ਜਾ ਰਿਹਾ ਹੈ। ਅੱਜ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁੜ ਕੇ ਇੱਕ ਹੋਰ ਪੱਤਰ ਭੇਜਿਆ ਹੈ। ਪੱਤਰ ਦੇ ਨਾਲ ਉਹਨਾਂ ਨੇ ਕਿਤਾਬਾਂ ਭੇਜੀਆਂ ਹਨ, ਜਿਹੜਾ ਮੈਂ ਮੈਂਸ਼ਨ ਕਰ ਦਿੱਤਾ ਹੈ। ਵੈਲ, ਦੇਖਣ ਵਾਲੀ ਗੱਲ ਹੈ ਕਿ ਕਿਵੇਂ ਇਹਦੇ ਉੱਤੇ ਬਾਅਦ ਵਿੱਚ ਡਿਸੀਜਨ ਆਉਂਦਾ ਹੈ ਕਿ ਨਹੀਂ ਆਉਂਦਾ ਹੈ, ਇਸ ਉੱਤੇ ਗੱਲ ਬਣੇਗੀ ਕਿ ਨਹੀਂ ਬਣੇਗੀ। ਇਸ ਖਬਰ ਨੂੰ ਇਹਨਾਂ ਨੇ ਲਿਖਿਆ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਸ਼੍ਰੀਨਗਰ 'ਚ ਅੱਤਵਾਦੀ ਹਮਲਾ, 2 ਪੁਲਿਸ ਮੁਲਾਜ਼ਮ ਹਲਾਕ, ਇਹ ਵੀ ਇਹਨਾਂ ਨੇ ਹੈਡਲਾਈਨ ਬਣਾਈ ਹੈ। ਔਰ ਸ਼੍ਰੀਨਗਰ ਦੇ ਬਾਗਹਟ ਇਲਾਕੇ ਵਿੱਚ ਦਹਿਸ਼ਤਗਰਦ ਨੇ ਕੱਲ ਦਿਨ ਦਿਹਾੜੇ ਅਸਾਲਟ ਰਾਈਫਲ ਨਾਲ ਹਮਲਾ ਕਰਕੇ 2 ਨਿਹੱਥੇ ਪੁਲਿਸ ਕਾਂਸਟੇਬਲਾਂ ਨੂੰ ਮਾਰ ਦਿੱਤਾ। ਇੱਕ ਕੱਲ ਦੀ ਬਹੁਤ ਵੱਡੀ ਖਬਰ ਚੱਲ ਰਹੀ ਹੈ, ਇਹਨਾਂ ਨੇ ਉਹ ਵੀ ਹੈਡਲਾਈਨ ਬਣਾਈ ਹੈ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਲਿਖਿਆ ਹੈ, ਸੰਯੁਕਤ ਕਿਸਾਨ ਮੋਰਚੇ ਨੇ 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ ਜਨਮ ਦਿਨ ਨੂੰ ਪਗੜੀ ਸੰਭਾਲ ਦਿਹਾੜੇ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਨੂੰ ਘੇਰਾ ਪਾਈ ਬੈਠੇ ਕਿਸਾਨਾਂ ਦੇ ਇਕੱਠ ਵਿੱਚ ਪਗੜੀ ਸੰਭਾਲ ਜੱਟਾ ਗੀਤ ਖੂਬ ਗੂੰਜ ਰਿਹਾ ਹੈ। ਔਰ ਇਸ ਹਫਤੇ ਯਾਨੀ ਕਿ 23 ਫਰਵਰੀ ਨੂੰ ਜਿਹੜਾ ਇਹ ਦਿਨ ਵੀ ਮਨਾਇਆ ਜਾਏਗਾ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਟੂਲ ਕਿਟ ਕੇਸ ਦਾ ਗੱਲ ਕੀਤੀ ਹੈ। ਟੂਲ ਕਿਟ ਕੇਸ ਦਿਸ਼ਾ ਰਵੀ ਨੂੰ 3 ਦਿਨਾਂ ਦੀ ਨਿਆਇਕ ਹਿਰਾਸਤ, ਉਹ ਵੀ ਇਹਨਾਂ ਨੇ ਹੈਡਲਾਈਨ ਬਣਾਈ ਹੈ। ਅੱਗੇ ਵਧਦਾ ਦਿਖਦਾ ਹਿੰਦੁਸਤਾਨ ਟਾਈਮਸ ਨੇ ਕਿਹੜੀ ਹੈਡਲਾਈਨ ਬਣਾਈ ਹੈ। ਹਿੰਦੁਸਤਾਨ ਟਾਈਮਸ ਨੇ ਹੈਡਲਾਈਨ ਬਣਾਈ ਹੈ, ਕ੍ਰਾਈਮ ਕੈਪੀਟਲ ਸਨੈਚਿੰਗ ਰੋਜ਼ ਇਨ ਈਅਰ ਆਫ ਲੋਕਡਾਊਨ। ਐਂਡ ਗੱਲ ਕੀਤੀ ਹੈ ਦਿੱਲੀ ਦੀ ਕੀਤੀ ਹੈ। ਦਿੱਲੀ ਦੇ ਵਿੱਚ ਜੋ ਕ੍ਰਾਈਮ ਦਾ ਹਾਲ ਹੈ ਉਸ ਨੂੰ ਇਹਨਾਂ ਨੇ ਆਪਣੀ ਹੈਡਲਾਈਨ ਬਣਾਇਆ ਹੈ। ਮੈਂ ਹਮੇਸ਼ਾ ਹਿੰਦੁਸਤਾਨ ਟਾਈਮਸ ਦੀ ਪ੍ਰੈਜੈਂਟੇਸ਼ਨ ਦੀ ਇੱਕ ਬਹੁਤ ਵੱਡੀ ਗੱਲ ਕਰਦਾ ਹੁੰਦਾ ਕਿ ਬਹੁਤ ਸਹੀ ਪ੍ਰੈਜੈਂਟੇਸ਼ਨ ਹੈ, ਕਲਰਫੁਲ ਪ੍ਰੈਜੈਂਟੇਸ਼ਨ ਹੈ ਔਰ ਸਟੀਕ ਪ੍ਰੈਜੈਂਟੇਸ਼ਨ ਹੈ, ਔਰ ਇੱਦਾਂ ਦੀ ਪ੍ਰੈਜੈਂਟੇਸ਼ਨ ਹੋਣੀ ਵੀ ਚਾਹੀਦੀ ਹੈ। ਇਹਨਾਂ ਨੇ ਬਹੁਤ ਵਧੀਆ ਚਾਰਟ ਬਣਾ ਕੇ ਪਿਕਚਰਾਈਜ਼ ਕਰਕੇ ਦੱਸਿਆ ਹੋਇਆ ਹੈ ਕਿ ਕਿਵੇਂ ਦਿੱਲੀ ਦੇ ਵਿੱਚ ਕ੍ਰਾਈਮ ਰੇਟ ਹੁੰਦਾ। ਹਾਊ ਸੇਫ ਇਜ਼ ਦਾ ਕੈਪੀਟਲ ਇਨ ਦਿੱਲੀ। ਐਵਰੀ 4 ਮਿੰਟਸ ਥੈਫਟ ਜਿੰਨੇ ਹੁੰਦੇ ਨੇ ਟੇਕ ਪਲੇਸ ਹੁੰਦੇ ਨੇ ਉਹ ਹੈਗੇ ਨੇ। ਸਨੈਚਿੰਗ ਦੇ ਗੱਲ ਕਰੀਏ ਤਾਂ ਸਨੈਚਿੰਗ ਹੁੰਦੀ ਆ 27.11%, ਦਾ ਕ੍ਰਾਈਮ ਦੈਟ ਵੈਂਟ ਅਪ, ਜਿਹੜਾ ਅੱਗੇ ਨਾਲੋਂ ਅਪ ਗਿਆ ਹੈ। ਚੋਰੀ ਦੀ ਗੱਲ ਕਰੀਏ ਤਾਂ 0.36 ਅਪ ਚੱਲਿਆ ਗਿਆ ਹੈ, ਡਾਊਨ ਨਹੀਂ ਗਿਆ ਹੈ। ਐਂਡ ਦੋਜ਼ ਦੈਟ ਡਰੋਪਡ, ਜਿਹੜਾ ਰੇਪ ਦੇ ਕੇਸ ਜਿਹੜੇ ਨੇ ਉਹ ਥੱਲੇ ਡਿੱਗੇ ਨੇ, ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ 21.63% ਡਿੱਗੇ ਨੇ। ਚਲੋ ਇੱਕ ਚੰਗੀ ਗੱਲ ਹੈ। ਕਾਰ ਚੋਰੀ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ ਐਂਡ ਉਹ ਕਾਰ ਚੋਰੀ ਜਿਹੜੀ ਹੈ 24.3% ਹੋ ਗਈ ਹੈ। ਇਸ ਖਬਰ ਨੂੰ ਜੇ ਥੋੜ੍ਹਾ ਜਿਹਾ ਡਿਟੇਲ 'ਚ ਪੜ੍ਹਾਂ ਤਾਂ ਲਿਖਿਆ, ਨੀਅਰਲੀ 22 ਪੀਪਲ were victim of snatching and at least 5 robbery took place every day in the national capital in 2020 as these 2 key street crimes that are considered benchmark of law and order in the city registered a rise last year despite a 2-month-long hard COVID-19 and restriction on movement and assembly that lingered for several months। ਅੱਛਾ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਰੋਨਾ ਕਰਕੇ ਤਾਂ ਕੋਈ ਘਰੋਂ ਬਾਹਰ ਨਹੀਂ ਨਿਕਲਦਾ ਸੀ, ਉਸ ਦੌਰਾਨ ਵੀ ਇਹ ਅਪ ਹੋਣਾ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਔਰ ਦਿੱਲੀ ਐਡਮਿਨਿਸਟ੍ਰੇਟਿਵ ਜਿਹੜੇ ਬਹੁਤ ਜ਼ਿਆਦਾ ਕਹਿ ਲਿਓ ਕਿ ਸਰਕਾਰਾਂ ਦੀ ਤੂਤੀ ਬੋਲਦਾ ਹੈ, ਉਹਨੂੰ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਇਹ ਸੀ ਹਿੰਦੁਸਤਾਨ ਟਾਈਮਸ। ਤੇ ਅੱਗੇ ਦੇਖਦੇ ਹਾਂ ਨਵਾਂ ਜ਼ਮਾਨਾ ਨੇ ਕਿਹੜੀ ਹੈਡਲਾਈਨ ਬਣਾਈ ਹੈ। ਨਵਾਂ ਜ਼ਮਾਨਾ ਨੇ ਵੀ ਕੈਬਨਿਟ ਮੀਟਿੰਗ ਦੀ ਜਿਹੜੀ ਹੈਡਲਾਈਨ ਹੈ ਉਹਨੂੰ ਆਪਣੇ ਫਰੰਟ ਪੇਜ 'ਤੇ ਲਿਆ ਹੈ ਔਰ ਉਹਦੇ ਬਾਰੇ ਗੱਲ ਕੀਤੀ ਹੈ। ਇਹਨਾਂ ਨੇ ਲਾਲ ਲਕੀਰ ਵਾਲੀ ਜਿਹੜੀ ਖਬਰ ਹੈ ਉਸ ਨੂੰ ਹੈਡਲਾਈਨ ਬਣਾਇਆ ਹੈ, ਮਿਸ਼ਨ ਲਾਲ ਲਕੀਰ ਸਾਰੇ ਪਿੰਡਾਂ ਵਿੱਚ ਲਾਗੂ ਕਰਨ ਨੂੰ ਮਨਜ਼ੂਰੀ ਦਿੱਤੀ ਜਾਏਗੀ। ਮਿਸ਼ਨ ਲਾਲ ਲਕੀਰ ਸਾਰੇ ਪਿੰਡਾਂ ਵਿੱਚ ਲਾਗੂ ਕਰਨ ਨੂੰ ਮਨਜ਼ੂਰੀ, ਇਹਨਾਂ ਨੇ ਹੈਡਲਾਈਨ ਬਣਾਈ ਹੈ। ਔਰ ਇਹਨਾਂ ਨੇ ਆਪਣੀ ਹੈਡਲਾਈਨ ਵਿੱਚ ਲਿਖਿਆ, ਪਿੰਡਾਂ 'ਚ ਵਸਦੇ ਲੋਕਾਂ ਨੂੰ ਜਾਇਦਾਦ ਦੇ ਮੁਦਰੀਕਰਨ ਦੇ ਅਧਿਕਾਰ ਪ੍ਰਦਾਨ ਕਰਨ ਅਤੇ ਸਰਕਾਰੀ ਵਿਭਾਗ ਸੰਸਥਾਵਾਂ ਅਤੇ ਬੈਂਕਾਂ ਦੁਆਰਾ ਮੁਹੱਈਆ ਕਰਵਾਏ ਜਾਂਦੇ ਵੱਖ-ਵੱਖ ਲਾਭਾਂ ਦਾ ਫਾਇਦਾ ਲੈਣ ਲਈ ਪੰਜਾਬ ਦੇ ਕੈਬਨਿਟ ਸੂਬੇ ਭਰ ਦੇ ਸਾਰੇ ਪਿੰਡਾਂ ਵਿੱਚ ਮਿਸ਼ਨ ਲਾਲ ਲਕੀਰ ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਲਾਲ ਲਕੀਰ ਵਿੱਚ ਆਉਂਦਿਆਂ ਅਜਿਹੀਆਂ ਜਾਇਦਾਦਾਂ ਲਈ ਅਧਿਕਾਰ ਦਾ ਕੋਈ ਰਿਕਾਰਡ ਉਪਲਬਧ ਨਾ ਹੋਣ ਕਰਕੇ ਇਹਨਾਂ ਦਾ ਮੌਜੂਦਾ ਸਮੇਂ ਜਾਇਦਾਦ ਦੇ ਅਸਲ ਮੁੱਲ ਅਨੁਸਾਰ ਮੁਦਰੀਕਰਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਗਹਿਣੇ ਰੱਖਿਆ ਜਾ ਸਕਦਾ ਹੈ। ਲਾਲ ਲਕੀਰ ਦੇ ਅੰਦਰ ਅਜਿਹੇ ਪਰਿਵਾਰ ਹਨ ਜਿਨ੍ਹਾਂ ਕੋਲ ਲਾਲ ਲਕੀਰ ਦੇ ਖੇਤਰ ਤੋਂ ਇਲਾਵਾ ਹੋਰ ਜਾਇਦਾਦਾਂ ਨਹੀਂ ਹੈ ਅਤੇ ਜਦੋਂ ਜਾਇਦਾਦ ਦੇ ਮੁਦਰੀਕਰਨ ਜਾਂ ਅਸਲ ਮੁੱਲ ਦੀ ਗੱਲ ਆਉਂਦੀ ਹੈ ਤਾਂ ਇਹ ਉਹਨਾਂ ਲਈ ਨੁਕਸਾਨ ਦੀ ਗੱਲ ਹੁੰਦੀ ਹੈ। ਲਾਲ ਲਕੀਰ ਵਿੱਚ ਆਉਂਦੀਆਂ ਜ਼ਮੀਨਾਂ, ਘਰਾਂ, ਨਿਵਾਸ ਸਥਾਨ ਅਤੇ ਹੋਰ ਸਾਰੇ ਇਲਾਕਿਆਂ ਦੀ ਮੈਪਿੰਗ ਕੀਤੀ ਜਾ ਸਕੇਗੀ। ਲਾਲ ਲਕੀਰ ਦੇ ਅੰਦਰਲੀਆਂ ਸ਼ਾਮਲਾਟਾਂ ਜ਼ਮੀਨਾਂ ਜਿਵੇਂ ਛੱਪੜ, ਸਾਂਝੇ ਇਕੱਠ ਵਾਲੀਆਂ ਥਾਵਾਂ ਅਤੇ ਇੱਥੋਂ ਤੱਕ ਕਿ ਰਾਹ ਅਤੇ ਗਲੀਆਂ ਜਿਨ੍ਹਾਂ ਦੀਆਂ ਸੰਪਤੀਆਂ ਲਈ ਰਿਕਾਰਡ ਉਪਲਬਧ ਨਾ ਹੋਣ, ਰਿਕਾਰਡ ਨਾ ਰੱਖਣ ਕਰਕੇ ਨਾਜਾਇਜ਼ ਅਧਿਕਾਰ ਜਮਾਏ ਜਾ ਰਹੇ ਹਨ ਨੂੰ ਵੀ ਮਿਸ਼ਨ ਅਧੀਨ ਸੁਰੱਖਿਅਤ ਕੀਤਾ ਜਾਵੇਗਾ। ਇੱਕ ਹੋਰ ਵੱਡਾ ਫੈਸਲਾ ਜਿਹੜਾ ਹੈ ਇਹ ਪੰਜਾਬ ਗਵਰਨਮੈਂਟ ਦਾ ਹੈ, ਪੰਜਾਬ ਸੂਬੇ ਦਾ ਹੈ। ਭਲੇ ਇਸ ਅੱਜ ਦਾ ਅਖਬਾਰਨਾਮਾ ਮੈਂ ਲਗਾਤਾਰ ਤੁਹਾਡੇ ਨਾਲ ਡਿਸਕਸ ਕਰਦਾ ਰਹਾਂਗਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।